गुरु प्यारी साध संगत जी, वाहिगुरु जी का खालसा वाहिगुरु जी की फतेह। सो सतगुरु महाराज कलगीधर पातशाह जी ने जो श्री दसम ग्रंथ ਸਾਹਿਬ जी ਦੇ ਵਿੱਚ ਇਸਤਰੀਆਂ ਦੇ ਕੁਝ ਚਰਿੱਤਰ ਵਰਣਨ ਕੀਤੇ ਹਨ। ਪੁਰਸ਼ਾਂ ਦੇ ਸੰਬੰਧ ਵਿੱਚ ਵੀ ਬਹੁਤ ਕੁਝ ਕਿਹਾ। ਮਰਦ ਤੇ ਇਸਤਰੀ ਇਹਨਾਂ ਦੇ ਸੰਬੰਧ ਵਿੱਚ ਜੋ ਮਹਾਰਾਜ ਨੇ ਦੱਸਿਆ ਉਹ ਸਿਰਫ ਉਹਦਾ ਉਪਦੇਸ਼ ਖਾਲਸੇ ਨੂੰ ਇਹ ਦੱਸਣਾ ਕਿ ਮੇਰਾ ਖਾਲਸਾ, ਮੇਰਾ ਸਿੰਘ, ਮੇਰੇ ਸਿੱਖ ਜਿਹੜੇ ਹਨ ਮਹਾਰਾਜ ਜੀ ਦਾ ਉਪਦੇਸ਼ ਇਹ ਆ ਕਿ ਇਹ ਕਿਵੇਂ ਇਹਨਾਂ ਚਲਾਕੀਆਂ ਤੋਂ ਜਾਂ ਇਹਨਾਂ ਚਰਿੱਤਰਾਂ ਨੂੰ ਸਮਝ ਕੇ ਇਹ ਔਗਣ ਤੋਂ ਬਚ ਸਕਦੇ ਆ। ਇਹੀ ਪਾਤਸ਼ਾਹ ਜੀ ਦਾ ਮਨੋਰਥ ਆ। ਅੱਜ ਅਸੀਂ ਗੁਰਮੁਖ ਪਿਆਰਿਓ ਮਹਾਰਾਜ ਜੀ ਦੀ ਇਹ ਚਰਿੱਤਰੋ ਪਖਿਆਨ, ਇਹ ਜੋ ਕਥਾ ਹੈ ਸਰਵਣ ਕਰਾਂਗੇ। ਇਹ ਦੋ ਚਰਿੱਤਰ, ਪਹਿਲਾ ਤੇ ਦੂਜਾ ਮਹਾਰਾਜ ਜੀ ਦੀ ਦਸਮ ਬਾਣੀ ਵਿੱਚੋਂ ਜਾਣਾਂਗੇ, ਜਿਹਦੇ ਵਿੱਚ ਚੰਡੀ ਚਰਿੱਤਰ ਤੇ ਇੱਕ ਰਾਜ ਕੁਮਾਰ ਤੇ ਇੱਕ ਰਾਣੀ ਦੀ ਕਹਾਣੀ ਹੈ। ਕਿਵੇਂ ਔਰਤ ਜਿਹੜੀ ਆ ਉਹਨੂੰ ਆਪਣੇ ਜਾਲ ਵਿੱਚ ਫਸਾ ਲੈਂਦੀ ਆ, ਕਿਵੇਂ ਉਹਨੂੰ ਸਜ਼ਾ ਹੋ ਜਾਂਦੀ ਆ, ਸਾਰਾ ਆਪ ਜੀ ਇਸੇ ਚਰਿੱਤਰ ਵਿੱਚ ਹੀ ਜਾਣੋਗੇ ਜੀ। ਤਾਂ ਆਓ ਜੀ, ਇਹ ਗੁਰੂ ਜੀ ਦਾ ਉਪਦੇਸ਼ ਮਾਤਰ ਗਿਆਨ ਹੁੰਦਾ ਸਾਨੂੰ ਸਮਝਾਉਣ ਲਈ। ਮਹਾਰਾਜ ਇਹ ਗਾਥਾ ਕਹਿੰਦੇ ਆ, ਇਹਦੇ ਵਿੱਚ ਜੋ ਸਚਾਈ ਆ ਉਹ ਅੱਜ ਹੋ ਰਹੀ ਆ, ਉਹਦੇ ਲਈ ਤੁਹਾਨੂੰ ਸਾਰੀ ਕਥਾ ਸਰਵਣ ਕਰਨੀ ਪਵੇਗੀ। ਤਾਂ ਆਓ ਜੀ ਇਹਨਾਂ ਚਰਿੱਤਰਾਂ ਬਾਰੇ ਇਹ ਕਥਾ ਜੋ ਆ ਸਾਰੀ ਸਰਵਣ ਕਰੀਏ ਜੀ। ਮਹਾਰਾਜ ਇਸ ਨੂੰ ਇਸ ਤਰ੍ਹਾਂ ਆਰੰਭ ਕਰਦੇ ਹਨ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ। ਮਹਾਰਾਜ ਜੀ ਕਹਿੰਦੇ ਹਨ, ਸੱਚੇ ਪਾਤਸ਼ਾਹ ਜੀ, ਚਰਿੱਤਰ ਦੂਸਰਾ। ਇਹ ਕਥਾ ਰਾਜਾ ਚਿੱਤਰ ਸਿੰਘ ਅਤੇ ਰਾਣੀ ਚਿੱਤਰਵਤੀ ਦੀ ਆ। ਦੋਹਰਾ। ਚਿੱਤਰਵਤੀ ਨਗਰੀ ਵਿਖੇ ਚਿੱਤਰ ਸਿੰਘ ਨ੍ਰਿਪ ਏਕ। ਮਹਾਰਾਜ ਜੀ ਕਹਿੰਦੇ ਚਿੱਤਰਵਤੀ ਨਗਰ ਉੱਤੇ ਚਿੱਤਰ ਸਿੰਘ ਨਾਮੀ ਇੱਕ ਰਾਜਾ ਰਾਜ ਕਰਦਾ ਹੁੰਦਾ ਸੀ। ਸਿੰਘ ਮਹਾਰਾਜ ਜੀ ਦੇ ਆਸੇ ਪਾਸੇ ਸਜੇ ਹੋਏ ਆ। ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਇਹ ਕਥਾ ਜਿਹੜੀ ਆ ਕਹਿ ਰਹੇ ਆ। ਕਾਮ ਵਾਸ਼ਨਾ ਜਿਹੜੀ ਬੰਦੇ ਦੇ ਅੰਦਰ ਹੁੰਦੀ ਆ ਉਹਨੂੰ ਮਿਟਾਉਣ ਲਈ ਗੁਰੂ ਪਾਤਸ਼ਾਹ ਜੀ ਇਹ ਸਾਰੀਆਂ ਚੀਜ਼ਾਂ ਤੇ ਔਰਤਾਂ ਕਿਵੇਂ ਚਰਿੱਤਰ ਕਰਕੇ ਬੰਦੇ ਨੂੰ ਫਸਾ ਸਕਦੀਆਂ। ਬੰਦਾ ਰਾਜ ਭਾਗ ਵੀ ਆਪਦਾ ਸਾਰਾ ਕੁਝ ਹੀ ਖਵਾਰ ਕਰ ਸਕਦਾ। ਇਹ ਸਾਰੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਲੋਕਾਂ ਦੀ। ਨਜਾਇਜ਼ ਰਿਸ਼ਤਿਆਂ ਦੇ ਵਿੱਚ ਆਪਾਂ ਵੇਖਦੇ ਹਾਂ ਲੋਕ ਪਏ ਹੋਏ ਆ, ਵਿਆਹ ਕਿਸੇ ਨਾਲ ਹੋਇਆ, ਸੰਬੰਧ ਉਹਨਾਂ ਦੇ ਕਿਸੇ ਨਾਲ ਹੋ ਰਹੇ ਆ। ਤਾਂ ਇਹ ਚੀਜ਼ਾਂ ਸਾਰੀਆਂ ਘਰ ਬਰਬਾਦ ਕਰਦੀਆਂ। ਕਈ ਘਰ ਇਹਦੇ ਨਾਲ ਬਰਬਾਦ ਹੁੰਦੇ ਆ। ਫਿਰ ਪਾਤਸ਼ਾਹ ਜੀ ਇਸ ਤਰ੍ਹਾਂ ਕਥਾ ਆਰੰਭ ਕਰਦੇ ਆ। ਚਿੱਤਰਵਤੀ ਨਗਰ ਉੱਤੇ ਚਿੱਤਰ ਸਿੰਘ ਨਾਮੀ ਇੱਕ ਰਾਜਾ, ਉਹਦਾ ਰਾਜ ਸੀਗਾ। ਉਹ ਰਾਜਾ ਬਹੁਤ ਅਮੀਰ ਸੀਗਾ, ਇੰਨਾ ਜ਼ਿਆਦਾ ਕਿਉਂਕਿ ਰਾਜੇ ਜਿਹੜੇ ਹੁੰਦੇ ਆ ਇਹਨਾਂ 'ਚ ਵੀ ਕਈ ਪ੍ਰਕਾਰ ਦੇ ਰਾਜੇ ਹੁੰਦੇ ਆ। ਉਹਦੇ ਕੋਲ ਅਣਗਿਣਤ ਰੱਥ, ਹਾਥੀ ਤੇ ਘੋੜੇ ਸੀ। ਤਾਕੇ ਗ੍ਰਹਿ ਸੰਪਤ ਘਨੀ, ਰਥ ਗਜਬਾਜ ਅਨੇਕ। ਗਿਣਤੀ ਨਹੀਂ ਉਹਨਾਂ ਦੀ ਹੋ ਸਕਦੀ। ਤਾਕੋ ਰੂਪ ਅਨੂਪ ਅਤ, ਜੋ ਵਿਦ ਧਰਿਓ ਸੁਧਾਰ। ਪਰਮਾਤਮਾ ਨੇ ਬਹੁਤ ਸੁੰਦਰ ਸਰੂਪ ਦਿੱਤਾ ਸੀਗਾ। ਉਸ ਦੇ ਰੂਪ ਉੱਤੇ ਦੇਵਤਿਆਂ ਤੇ ਦੈਂਤਾਂ ਦੀਆਂ ਨਾਰੀਆਂ, ਕਿੰਨਰ ਨਾਰੀਆਂ, ਪਿੰਡਾਂ ਦੀਆਂ ਨਾਰੀਆਂ ਸਾਰੀਆਂ ਦੇਖ ਕੇ ਤੇ ਇਹ ਬਹੁਤ ਜ਼ਿਆਦਾ ਲੁਭਾਏਮਾਨ ਹੋ ਜਾਂਦੀਆਂ ਸੀ। ਕਿਉਂਕਿ ਸੁੰਦਰਤਾ ਜਿਹੜੀ ਆ ਉਹਦੀ ਖਿੱਚ ਪੈਣੀ ਇੱਕ ਆਪਾਂ ਦੇਖਦੇ ਹਾਂ ਜਵਾਨੀ ਦੇ ਵਿੱਚ ਸੁਭਾਵਿਕ ਗੱਲ ਹੁੰਦੀ ਆ। ਗੁਰਮੁਖ ਪਿਆਰਿਓ, ਤੇ ਮਹਾਰਾਜ ਇਹ ਸਿੰਘਾਂ ਨੂੰ ਸਮਝਾਉਂਦੇ ਆ ਕਿ ਇਹ ਸਾਰੀਆਂ ਚੀਜ਼ਾਂ ਕਿਵੇਂ ਬੰਦੇ ਨੂੰ ਸੁੰਦਰਤਾ ਤੇ ਸਿਆਣਪ ਹੁੰਦੀ ਤਾਂ ਇੱਕ ਭੁਲੇਖਾ ਹੀ ਆ। ਹੋ ਤਾਂ ਇਹ ਮਿੱਟੀ ਦਾ ਜਿਹੜਾ ਸਰੀਰ ਆ, ਮਿੱਟੀ ਕੋਈ ਜਾਣਾ, ਤਾਂ ਉਹਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਬੰਦੇ ਵਿੱਚ। ਏਕ ਅਪਸਰਾ ਇੰਦਰ ਕੇ ਜਾਤ ਸ਼ਿੰਗਾਰ ਬਣਾਏ। ਇੱਕ ਪਰੀ, ਇੱਕ ਅਪਸਰਾ ਸ਼ਿੰਗਾਰ ਕਰਕੇ ਇੰਦਰ ਦੇ ਕੋਲ ਜਾ ਰਹੀ ਸੀ। ਉਹ ਰਾਜੇ ਨੂੰ ਵੇਖ ਕੇ ਉੱਤੇ ਰੁਕ ਜਾਂਦੀ ਆ। ਜਿਸ ਤਰ੍ਹਾਂ ਫੁੱਲਾਂ ਨੂੰ ਵੇਖ ਕੇ ਭੌਰਾ ਰੁਕ ਜਾਂਦਾ, ਇਵੇਂ ਉਹ ਰੂਪ ਦੇ ਵੱਲ ਖਿੱਚੀ ਚੱਲੀ ਗਈ ਆ। ਤੇ ਉਹਨੇ ਜਦੋਂ ਦੇਖਿਆ ਵੀ ਰਾਜੇ ਦਾ ਇੰਨਾ ਸੋਹਣਾ ਸਰੂਪ ਆ, ਕਿਵੇਂ ਨਾ ਕਿਵੇਂ ਇਹਦੇ ਨਾਲ ਮੈਂ ਮਿਲਾਂ, ਕਿਸ ਤਰੀਕੇ ਨਾਲ ਢੰਗ ਲੱਭਾਂ, ਉਹਨੇ ਆਪਣੇ ਦੂਤੀ ਨੂੰ ਘੱਲਿਆ। ਅਡੈਲ ਰਹੀ ਅਪਸਰਾ ਰੀਜ ਰੂਪ ਲਖਰਾਏ ਕੋ, ਪੱਠੀ ਦੂਤ ਕਾ ਛਲ ਕਰ ਮਿਲਣ ਉਪਾਏ ਕੋ। ਆਪਣੀ ਦਾਸੀ ਨੂੰ ਕਹਿਣ ਲੱਗੀ, ਦੂਤੀ ਨੂੰ, ਜੇ ਪ੍ਰੀਤਮ ਮੈਨੂੰ ਨਾ ਮਿਲਿਆ ਨਾ, ਮੈਂ ਜ਼ਹਿਰ ਖਾ ਲਵਾਂਗੀ, ਜਾਂ ਛੁਰੀ ਮਾਰ ਕੇ ਕਟਾਰ ਮਾਰ ਕੇ, ਹੋ ਮਾਰ ਕਟਾਰੀ ਮਰੇ ਹੋ ਘਰੀ ਨਾ ਜੀਵ ਹੋ। ਕਟਾਰੀ ਮਾਰ ਕੇ ਮਰ ਜਾਵਾਂਗੀ, ਇੱਕ ਪਲ ਵੀ ਜਿਉਂਦੀ ਨਹੀਂ ਰਹਾਂਗੀ। ਭਾਵ ਜਿੱਦ ਕੀਤੀ ਕਿ ਉਹ ਜਿਹੜਾ ਰਾਜਾ ਹੈ
ਉਹ ਮੈਨੂੰ ਕਿਵੇਂ ਨਾ ਕਿਵੇਂ ਮਿਲ ਜਾਵੇ। ਉਹ ਦੂਤੀ ਨੇ ਰਾਜੇ ਨੂੰ ਸਾਰਾ ਭੇਦ ਸਮਝਾਇਆ। ਰਾਜੇ ਨੇ ਬਹੁਤ ਖੁਸ਼ੀ ਕੀਤੀ। ਉਹਨੂੰ ਲੱਗਾ ਵੀ ਇਹ ਪਰੀ ਆ, ਬਹੁਤ ਸੁੰਦਰ ਇਸਤਰੀ ਆ, ਉਹਨੇ ਉਹਦੇ ਨਾਲ ਵਿਆਹ ਕਰਵਾ ਲਿਆ। ਮਹਾਰਾਜ ਜੀ ਕਹਿੰਦੇ ਤਾਹੇ ਦੂਤ ਕਾ ਰਾਏ ਸੋ ਭੇਦ ਕਹਿਓ ਸਮਝਾਏ। ਇੱਥੋਂ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਵੱਡੇ ਵੱਡੇ ਰਾਜੇ ਜਿਹੜੇ ਆ, ਨਾਮ ਤੋਂ ਬਿਨਾਂ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕਿਵੇਂ ਬੰਦੇ ਦਾ ਸਰੀਰ ਗਲ ਜਾਂਦਾ, ਕਾਮ ਵਾਸ਼ਨਾ ਵਿੱਚ ਕਿਵੇਂ ਰਾਜ ਭਾਗ ਬਰਬਾਦ ਹੋ ਜਾਂਦੇ ਆ। ਇਹ ਚੀਜ਼ ਨੂੰ ਤੁਸੀਂ ਪਹਿਲਾਂ ਆਪਦੀ ਸੁਰਤ ਵਿੱਚ ਸਮਝਾ ਕੇ ਰੱਖਣਾ, ਕਿਉਂਕਿ ਬੰਦੇ ਦਾ ਮਨ ਹੀ ਆ। ਇਹ ਸਾਰੀ ਵਿੱਦਿਆ ਜਿਹੜੀ ਆ, ਸਰੀਰ ਦੀ ਵੀ ਵਿੱਦਿਆ ਹੁੰਦੀ ਆ, ਉਹਦੇ ਵਿੱਚ ਸਾਰੇ ਅੰਗਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ। ਹੁਣ ਬੰਦੇ ਦੇ ਦਿਮਾਗ ਵਿੱਚ ਹੀ ਜੇ ਗੰਦ ਭਰਿਆ ਹੋਊਗਾ ਤਾਂ ਉਹਨੂੰ ਉਹ ਵਿੱਦਿਆ ਵੀ ਗਲਤ ਲੱਗੂਗੀ ਨਾ। ਤਾਂ ਇਹ ਚੀਜ਼ ਨੂੰ ਤੁਸੀਂ ਜੇ ਸੁਣਨਾ ਹੈ, ਉਹ ਇੱਕ ਪੱਖ ਰੱਖ ਕੇ ਸੁਣਨਾ ਵੀ ਮਹਾਰਾਜ ਕੀ ਕਹਿਣਾ ਚਾਹੁੰਦੇ ਆ, ਉਹਦਾ ਤੱਤ ਕੀ ਆ, ਉਹਦਾ ਨਿਚੋੜ ਕੀ ਆ। ਜਿਵੇਂ ਜੜੀ ਬੂਟੀਆਂ ਦੇ ਅਰਕ ਹੁੰਦੇ ਆ ਵੀ ਇਹਦੀ ਗੱਲ ਪਿੱਛੇ, ਇਹ ਜਿਹੜੇ ਮਹਾਰਾਜ ਨੇ ਚਰਿੱਤਰ ਦੱਸੇ ਆ, ਉਹਦੇ ਪਿੱਛੇ ਰਾਜ ਕੀ ਆ, ਕਿਉਂ ਮਹਾਰਾਜ ਨੇ ਕਿਹਾ। ਉਹ ਦੂਤੀ ਨੇ ਰਾਜੇ ਨੂੰ ਜਦੋਂ ਸਾਰੀ ਗੱਲ ਦੱਸੀ ਆ, ਬਰੀ ਰਾਏ ਸੁਖ ਪਾਏ ਮਨ ਦੁੰਦਬ ਢੋਲ ਵਜਾਏ, ਉਹਨੇ ਧੌਂਸੇ ਵਜਾ ਕੇ ਅਪਸ਼ਰਾ ਨਾਲ ਵਿਆਹ ਕਰ ਲਿਆ, ਬੜੀ ਖੁਸ਼ੀ ਕੀਤੀ। ਉਹ ਅਪਸ਼ਰਾ ਤੋਂ ਬਹੁਤ ਸੁੰਦਰ ਪੁੱਤਰ ਪੈਦਾ ਹੋਇਆ ਅੱਗੇ, ਜੋ ਮਹਾਰਾਜ ਜੀ ਕਹਿੰਦੇ ਮਹਾਰੁਦਰ ਹੂੰ ਰਿਸ ਕਰੇ ਕਾਮਦੇਵ ਪਹਿਚਾਨ, ਜੋ ਸ਼ਿਵ ਦੇ ਵਾਂਗ ਬਹੁਤ ਬਲੀ ਤੇ ਕਾਮਦੇਵ ਦੇਵਤੇ ਵਾਂਗ ਬਹੁਤ ਸੁੰਦਰ ਸੀਗਾ। ਦੋ ਦੇਵਤਿਆਂ ਦਾ ਇੱਥੇ ਮਹਾਰਾਜ ਨੇ ਜ਼ਿਕਰ ਕੀਤਾ ਹੈ। ਕਾਮਦੇਵ ਨੂੰ ਬੜਾ ਸੁੰਦਰਤਾ ਦਾ ਦੇਵਤਾ ਮੰਨਿਆ ਜਾਂਦਾ ਹੈ ਜੀ, ਤਾਂ ਇਸ ਕਰਕੇ ਉਹਦਾ ਹੀ ਇੱਥੇ ਜ਼ਿਕਰ ਹੈ। ਉਹਨਾਂ ਨੂੰ ਇਕੱਠੇ ਰਹਿੰਦਿਆਂ ਨੂੰ ਫਿਰ ਬਹੁਤ ਬਰਸ ਸੰਗ ਅਪਸਰਾ ਭੂਪਤ ਮਾਨੇ ਭੋਗ, ਬਹੁਤ ਉਹਨਾਂ ਨੂੰ ਸਮਾਂ ਹੋ ਗਿਆ ਇਕੱਠੇ ਰਹਿੰਦਿਆਂ ਨੂੰ। ਖੁਸ਼ੀ ਖੁਸ਼ੀ ਉਹਨਾਂ ਦੇ ਦਿਨ ਲੰਘੇ ਆ, ਕਿਉਂਕਿ ਹੁਣ ਬੱਚਾ ਵੀ ਉਹਨਾਂ ਦੇ ਘਰੇ, ਪੁੱਤਰ ਵੀ ਪੈਦਾ ਹੋ ਗਿਆ। ਇੱਕ ਦਿਨ ਕੀ ਹੋਇਆ, ਜਿਵੇਂ ਕਿ ਆਪਾਂ ਕਹਿੰਦੇ ਵਿਛੋੜਾ ਬੰਦੇ ਤੋਂ ਝੱਲਿਆ ਨਹੀਂ ਜਾਂਦਾ, ਉਹ ਜਿਹੜੀ ਦੇਵ ਲੋਕ ਦੀ ਪਰੀ ਸੀਗੀ ਉੱਡ ਕੇ ਫਿਰ ਇੰਦਰ ਲੋਕ ਨੂੰ ਚਲੀ ਜਾਂਦੀ ਹੈ। ਉਹ ਰਾਜਾ ਬਹੁਤ ਦੁਖੀ ਹੋ ਗਿਆ। ਹੁਣ ਆਪਾਂ ਜਾਣਦੇ ਹੀ ਹਾਂ ਜਿਹੜਾ ਵਿਛੋੜਾ ਹੈ ਇਹ ਬਹੁਤ ਵੱਡਾ ਦੁੱਖ ਆ। ਰਾਜਾ ਇੰਨਾ ਦੁਖੀ ਹੋ ਗਿਆ, ਉਹਨੇ ਆਪਣੇ ਵਜ਼ੀਰਾਂ ਨੂੰ ਸੱਦਿਆ। ਉਹ ਜਿਹੜੇ ਚਿੱਤਰਕਾਰ ਹੁੰਦੇ ਆ, ਚਿੱਤਰ ਤਾਕੋ ਤੁਰਤ ਦੇਸਨ ਦਿਓ ਪਠਾਏ, ਉਹ ਕਹਿਣ ਲੱਗੇ ਜੀ ਇਹ ਤੁਸੀਂ ਅਪਸਰਾਂ ਦੇ ਚਿੱਤਰ ਬਣਾਓ। ਤੇ ਫਿਰ ਉਹਨਾਂ ਨੇ ਵਾਰ-ਵਾਰ ਕਿਹਾ ਵੀ ਉਹ ਤਸਵੀਰ ਬਣਾਓ। ਉੱਦਾਂ ਹੂਬਹੂ ਤਸਵੀਰ ਬਣਾਈ, ਲੱਭਣ ਲਈ, ਪਛਾਣ ਕਰਨ ਲਈ ਉਹ ਬਾਹਰਲੇ ਦੇਸ਼ਾਂ ਵਿੱਚ ਉਹਨੇ ਭੇਜ ਦਿੱਤੀ ਆ ਵੀ ਇਹ ਮੇਰੀ ਰਾਣੀ ਆ, ਇਹਨੂੰ ਲੱਭੋ ਜੀ, ਲੱਭ ਕੇ ਲਿਆਓ। ਖੋਜਤ ਓਡਸ਼ ਨਾਥ ਕੇ ਲਹੀ ਕੰਨ ਕਾ ਏਕ, ਰੂਪ ਸਕਲ ਸਮ ਅਪਸਰਾਂ ਤਾਂ ਤੇ ਗੁਣਨ ਬਸੇਕ। ਗੁਰਮੁਖ ਪਿਆਰਿਓ, ਲੱਭਦੇ ਲੱਭਦੇ ਓਡਸ਼ਾਂ ਦੇ ਰਾਜੇ ਦੇ ਗ੍ਰਹਿ ਉਸ ਅਪਸਰਾ ਵਰਗੀ ਗੁਣਾਂ ਵਾਲੀ ਇੱਕ ਕੰਨਿਆ ਲੱਭ ਗਈ ਉਹਨਾਂ ਨੂੰ। ਹੁਣ ਜਦੋਂ ਰਾਜੇ ਨੂੰ ਦੱਸ ਦਿੱਤਾ ਕਿਸੇ ਨੇ ਵੀ ਉਹ ਲੱਭ ਗਈ ਆ, ਜਿਹੜੀ ਤੁਸੀਂ ਰਾਣੀ ਲੱਭ ਰਹੇ ਹੋ ਨਾ ਆਪਣੀ, ਉਹ ਲੱਭ ਗਈ ਆ, ਉਹ ਓਡਸ਼ਾ ਦੇ ਰਾਜੇ ਦੇ ਕੋਲ ਆ। ਰਾਜੇ ਨੇ ਜਦੋਂ ਸੁਣਿਆ, ਸੈਨਾ ਨੂੰ ਬੁਲਾ ਲਿਆ, ਧਨ ਵੰਡਿਆ ਉਹਨਾਂ 'ਚ, ਤਨਖਾਹਾਂ ਪਹਿਲਾਂ ਹੀ ਦੇਤੀਆਂ ਉਹਨਾਂ ਨੂੰ। ਭਾਂਤ ਭਾਂਤ ਸੋ ਦਰਬ ਲਟਾਇਓ, ਸਾਜੇ ਸ਼ਸਤਰ ਕੌਚ ਤਨ ਧਾਰੇ, ਸ਼ਹਿਰ ਓਡਸ਼ਾ ਔਰ ਸਧਾਰੇ। ਸੰਜੂਆਂ ਪਾਲੀਆਂ, ਪੁਰਾਣੇ ਜ਼ਮਾਨੇ ਵਿੱਚ ਯੋਧੇ ਪਾਉਂਦੇ ਹੁੰਦੇ ਸੀ ਲੋਹੇ ਦੀਆਂ, ਜਿਹਨੂੰ ਲੋਹੇ ਦੀ ਜਾਕਟ ਆਪਾਂ ਕਹਿ ਦਈਏ, ਸੰਜੋ ਸ਼ਸਤਰ ਪਹਿਨ ਕੇ ਓਡਸ਼ਾ ਸ਼ਹਿਰ ਦੇ ਵੱਲ ਚਾਲੇ ਪਾ ਦਿੱਤੇ ਆ ਜੀ। ਕਿਉਂਕਿ ਰਾਜੇ ਨੂੰ ਹੈ ਵੀ ਮੈਨੂੰ ਛੇਤੀ ਉਹ ਰਾਣੀ ਜਿਹੜੀ ਆਪਣੀ, ਉਹਦਾ ਭੇਤ ਪਤਾ ਲੱਗੇ। ਰਾਜੇ ਨੂੰ ਇਸ ਭੇਤ ਦਾ ਜਦੋਂ ਪਤਾ ਲੱਗ ਗਿਆ, ਯੋਧਿਆਂ ਨੂੰ ਹੁਕਮ ਦਿੱਤਾ, ਆਪਨ ਯੁੱਧ ਹੇਤ ਮਮ ਕੀਨੇ। ਆਪ ਵੀ ਤਿਆਰ ਹੋ ਗਿਆ, ਮਾਰੂ ਵਾਜੇ ਵੱਜੇ ਆ, ਹਵਾ ਵਰਗੀ ਤੇਜ਼ ਆਪਸ ਵਿੱਚ ਭਿੜਨ ਲੱਗੀ ਆ। ਸੂਰਮੇ ਅਸ਼ਤਰਾਂ ਸ਼ਸਤਰਾਂ ਨਾਲ ਸਜ ਕੇ ਜੰਗ ਦੇ ਮੈਦਾਨ 'ਚ ਪਹੁੰਚਿਆ। ਭੁਜੰਗ ਛੰਦ ਮਹਾਰਾਜ ਅੱਗੇ ਲਿਖਦੇ ਆ, ਬੱਦੇ ਬੜ ਵਾਰੀ ਮਹਾਵੀਰ ਬਾਂਕੇ, ਕਛੈ ਕਾਸ਼ ਨੀਤੇ ਸਭੈ ਹੀ ਨਿਸ਼ਾਂਕੇ। ਇਹ ਭੁਜੰਗ ਛੰਦ ਜਿਹੜਾ ਹੁੰਦਾ, ਇਹਦੀ ਚਾਲ ਸੱਪ ਦੇ ਵਾਂਗ ਹੁੰਦੀ ਹੈ। ਜਿਵੇਂ ਸੱਪ ਇਸ ਤਰ੍ਹਾਂ ਜਾਂਦਾ ਨਾ ਬਲ ਖਾਂਦਾ ਹੋਇਆ, ਇਵੇਂ ਇਹਦੀ ਚਾਲ ਹੁੰਦੀ ਆ। ਧਏ ਸੋ ਮਾਹੇ ਵੈ ਹੱਠੀ ਜੁੱਧ ਧਾਰੇ, ਹਟੈ ਨਾ ਹਠੀਲੇ ਕਹੂੰ ਐਠਿਆਰੇ। ਵਿੰਗੀ ਤਲਵਾਰ ਸ਼ਸਤਰਾਂ ਨਾਲ ਸਜੇ ਯੋਧੇ, ਇੱਕ ਦੂਜੇ 'ਚ ਵੱਜ ਵੱਜ ਕੇ ਲੋਹੇ ਨਾਲ ਲੋਹਾ ਵੱਜਿਆ, ਉਹਨਾਂ ਦੇ ਅੰਗ ਕੱਟੇ ਜਾਣ ਲੱਗੇ ਆ। ਹੰਕਾਰੀ ਹਠੀ ਸੂਰਮਾ ਜਰਾ ਵੀ ਪਿੱਛੇ ਨਹੀਂ ਹਟਿਆ, ਸਾਹਮਣੇ ਹੋ ਕੇ ਯੁੱਧ ਹੋ ਰਿਹਾ।
ਆਪਣੇ ਪੁੱਤਰ ਹਨਵੰਤ ਸਿੰਘ ਨੂੰ ਬੇਅੰਤ ਸੈਨਾ ਦੇ ਕੇ ਉਹਨੇ ਅੱਗੇ ਭੇਜਿਆ। ਚਿੱਤਰ ਸਿੰਘ ਆਪ ਹੱਥ ਵਿੱਚ ਬਰਛਾ ਫੜ ਕੇ ਪਿੱਛੇ ਹੀ ਰਿਹਾ। ਉਹਨੇ ਆਖਿਆ, ਇਹ ਮੇਰਾ ਪੁੱਤਰ ਹੁਣ ਲੜੇਗਾ। ਪੁੱਤਰ ਹਨਵੰਤ ਸਿੰਘ ਆਗੋ ਕੀਓ ਅਮਿਤ ਸੈਨ ਦੇ ਸਾਥ, ਚਿੱਤਰ ਸਿੰਘ ਪਾਛੇ ਰਹਿਓ ਗਹਿ ਬਰਸ਼ੀਆ ਹਾਥ। ਸਵਈਆ ਹਾਂਕ ਹਜ਼ਾਰ ਹਮਾਲਿਓ ਸੋ ਹਲਕਾਹਨ ਕੈ ਹਠਵਾਰਨ ਹੂਕੇ, ਹਜ਼ਾਰਾਂ ਹਮਾਲੀਆਂ ਪਰਬਤਾਂ ਨੂੰ ਲਲਕਾਰਦੇ ਹੋਏ ਹਠੀ ਸੂਰਮੇ ਹਿੰਮਤ ਬੰਨ ਕੇ ਸ਼ਾਸਤਰ ਹੱਥਾਂ ਵਿੱਚ ਲੈ ਕੇ ਹੱਲਾ ਕਰਦੇ ਕਰਦੇ ਹੋਏ ਅੱਗੇ ਵਧਿਆ ਜੀ। ਧਰਤੀ ਤੇ ਸਮੇਰ ਪਰਬਤ ਉਹਨਾਂ ਪ੍ਰੇਤਾਂ ਵਰਗੇ ਸੂਰਮਿਆਂ ਨੂੰ ਵੇਖ ਕੇ ਹਿੱਲ ਗਿਆ। ਸਮੇਰ ਪਰਬਤ ਹਿਲਦਾ ਨਹੀਂ ਨਾ। ਹੁਣ ਇੱਥੇ ਮਹਾਰਾਜ ਉਦਾਹਰਨ ਦੇ ਰਹੇ ਆ, ਹਾਲ ਉਠਿਓ ਗੁਰ ਹੇਮ ਹਲਾ ਚਲ ਹੇਰਤ ਲੋਗ ਹਰੀ ਹਰ ਜੂਕੇ। ਜਿਸ ਤਰ੍ਹਾਂ ਹਨੂਮਾਨ ਦੇਵਤਾ ਹੋਇਆ, ਬਜਰੰਗ ਬਲੀ, ਉਹਨੂੰ ਭਗਤ ਵੀ ਕਹਿ ਦਿੰਦੇ ਆ, ਦੇਵਤਾ ਵੀ ਕਹਿ ਦਿੰਦੇ ਆ, ਸ਼ਕਤੀ ਉਹ 'ਚ ਦੇਵਤਿਆਂ ਵਾਲੀ ਹੋਈ ਆ। ਗੁਰਮੁਖ ਪਿਆਰਿਓ, ਉੱਡ ਜਾਣਾ, ਨਿੱਕੇ ਹੋ ਜਾਣਾ, ਵੱਡੇ ਹੋ ਜਾਣਾ, ਰਿੱਧੀਆਂ ਸਿੱਧੀਆਂ ਦੇਵਤਿਆਂ ਵਾਲੀਆਂ ਹੀ ਆ। ਭਗਤ ਵੀ ਆ, ਪਵਨ ਪੁੱਤਰ ਵੀ ਆ, ਬਜਰੰਗ ਬਲੀ ਵੀ ਆ। ਜਿਸ ਤਰ੍ਹਾਂ ਹਨੂਮਾਨ ਦੇ ਸਾਹਸ ਨਾਲ ਪਹਾੜ ਚੂਰ ਚੂਰ ਹੋ ਕੇ ਸਾਹਮਣੇ ਆ ਡਿੱਗਿਆ ਸੀਗਾ, ਇਵੇਂ ਸੂਰਮੇ ਡਿੱਗਦੇ ਆ। ਠਾਂਡੇ ਜਹਾਂ ਸਰਦਾਰ ਬੜੇ। ਹੁਣ ਇੱਕ ਇਸਤਰੀ ਨੂੰ ਪ੍ਰਾਪਤ ਕਰਨ ਦੇ ਪਿੱਛੇ ਆਪਾਂ ਵੇਖਦੇ ਹਾਂ ਕਿ ਰਾਜੇ ਨੇ ਏਡਾ ਵੱਡਾ ਯੁੱਧ ਮਚਾ ਦਿੱਤਾ। ਮਾਰ ਓਡਸ਼ਾ ਰਾਏ ਕੋ ਲਈ ਸੁਤਾ ਤੇ ਜੀਤ। ਓਡਸ਼ਾ ਦੇ ਰਾਜੇ ਨੂੰ ਮਾਰ ਕੇ ਉਹਦੀ ਧੀ ਜਿਹੜੀ ਸੀਗੀ ਬੇਟੀ, ਉਹਨੂੰ ਜਿੱਤ ਲਿਆ। ਰਾਜੇ ਨੇ ਸ਼ਾਸਤਰੀ ਰਿਵਾਜ ਅਨੁਸਾਰ ਉਹਦੇ ਨਾਲ ਵਿਆਹ ਕਰਵਾ ਲਿਆ। ਬਰੀ ਰਾਏ ਸੁਖ ਪਾਏ ਮਨ ਮਾਨ ਸ਼ਾਸਤਰ ਕੀ ਰੀਤ। ਓਡਸ਼ਾ ਦੇ ਰਾਜੇ ਦੀ ਧੀ ਦਾ ਨਾਂ ਚਿਤਰਮਤੀ ਸੀਗਾ। ਉਹ ਹੁਣ ਅੱਠੇ ਪੈਰ ਹਨਵੰਤ ਸਿੰਘੇ ਕੋ ਰਹਿ ਚਿਤਵਤ ਆਠੋ ਜਾਮ। ਅੱਗੇ ਰਾਜਪੂਤ ਰਾਜਿਆਂ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਲੱਗਦਾ ਹੁੰਦਾ ਸੀ ngੰਗੇ ਨਾਲ। ਆਪਾਂ ਘੱਗੇ ਦੇ ਨਾਲ ਲਿਖਦੇ ਹਾਂ ਨਾ, ਤਾਂ ਉਹਨਾਂ ਦੀ ਇਹ ਗੱਲ ਹੋ ਰਹੀ ਆ। ਉਹ ਫਿਰ ਉਹਦੇ ਵੱਲ ਦੇਖਦੀ ਰਹਿੰਦੀ ਸੀ, ਕਿਉਂਕਿ ਅਪਸ਼ਰਾ ਨੇ ਜਿਹੜੇ ਬੱਚੇ ਨੂੰ ਜਨਮ ਦਿੱਤਾ ਸੀ ਉਹਦਾ ਨਾਂ ਹਨਵੰਤ ਸਿੰਘ ਆ। ਉਹ ਹੁਣ ਜਵਾਨ ਹੋ ਗਿਆ ਸੀਗਾ, ਹੁਣ ਜਵਾਨ ਹੋ ਗਿਆ। ਉਹਨੂੰ ਪੜ੍ਹਨ ਵਾਸਤੇ ਇੱਕ ਬ੍ਰਾਹਮਣ ਦੇ ਘਰ ਭੇਜਿਆ। ਉਹ ਬ੍ਰਾਹਮਣ 1 ਮਹੀਨੇ ਤੱਕ ਉਹਦੇ ਨਾਲ ਕੁਝ ਬੋਲਿਆ ਹੀ ਨਹੀਂ। ਰਾਜੇ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਬ੍ਰਾਹਮਣ ਉਹਨੂੰ ਆਪਣੇ ਨਾਲ ਲੈ ਕੇ ਆਇਆ। ਰਾਜੇ ਨੇ ਆਪਣੇ ਪੁੱਤਰ ਹਨਵੰਤ ਸਿੰਘ ਨੂੰ ਪੜ੍ਹਨ ਲਿਖਣ ਲਈ ਕਿਹਾ, ਪਰ ਹਨਵੰਤ ਸਿੰਘ ਸੁਣ ਕੇ ਚੁੱਪ ਰਿਹਾ। ਰਾਜਾ ਉਹਨੂੰ ਲੈ ਕੇ ਆਪਦੇ ਘਰੇ ਚਲਿਆ ਗਿਆ। ਲੈਤਾ ਕੋ ਰਾਜਾ ਕੀਆ ਆਪਣੇ ਧਾਮ ਪਿਆਨ। ਤੇ ਮਹਿਲ ਵਿੱਚ ਹਜ਼ਾਰਾਂ ਇਸਤਰੀਆਂ ਉਹਨੇ ਦੇਖੀਆਂ ਵੀ ਬਹੁਤ ਸੁੰਦਰ ਉਹਨਾਂ ਦਾ ਰੂਪ ਆ, ਪਰੀਆਂ ਜਿਸ ਤਰ੍ਹਾਂ ਹੁੰਦੀਆਂ ਨੇ। ਕਿਉਂਕਿ ਇਹ ਜਦੋਂ ਜਵਾਨੀ ਬੰਦੇ ਤੇ ਆਉਂਦੀ ਆ ਤੇ ਉਦੋਂ ਬੰਦਾ ਨਾ ਫਿਰ ਭਟਕ ਜਾਂਦਾ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਇਹ ਜਿਹੜੀ ਆ ਵਾਸ਼ਨਾ ਵੱਧ ਜਾਂਦੀ ਆ। ਜਵਾਨੀ ਵਿੱਚ ਕੁਝ ਬੱਚੇ ਤੁਸੀਂ ਦੇਖਿਓ 18-19 ਸਾਲ ਦੇ ਜਿਹੜੇ ਹੁੰਦੇ ਆ, ਆਪਣੇ ਆਪ ਨੂੰ ਕੁਝ ਸਮਝਣ ਲੱਗ ਜਾਂਦੇ ਆ। ਹੁੰਦੇ ਤਾਂ ਕੁਝ ਵੀ ਨਹੀਂ ਹੈਗਾ, ਤਾਂ ਬੰਦਾ ਮਿੱਟੀ ਦੀ ਢੇਰੀ ਹੋਈ ਆ। ਐਵੇਂ ਉਹਨੇ ਪੜ੍ਹਨਾ ਲਿਖਣਾ ਛੱਡ ਦਿੱਤਾ। ਜਵਾਨੀ ਜਦੋਂ ਆਉਣ ਲੱਗੀ ਆ ਹਨਵੰਤ ਸਿੰਘ ਤੇ ਫਿਰ ਉਹ ਨਾ ਉਹਨੂੰ ਫਿਰ ਲੈ ਕੇ ਆਇਆ ਉਹਦਾ ਵਿਦਿਆ ਗੁਰੂ ਵੀ। ਇਹ ਤਾਂ ਪੜ੍ਹਦਾ ਹੀ ਨਹੀਂ ਰਾਜੇ ਕੋਲ। ਰਾਜਾ ਉਹਨੂੰ ਆਖਦਾ ਵੀ ਤੂੰ ਪੜ੍ਹਦਾ ਕਿਉਂ ਨਹੀਂ। ਰਾਜੇ ਨੇ ਸਾਰੇ ਸਵਾਲ ਪੁੱਛੇ ਪਰ ਉਹ ਬੋਲੇ ਕੁਝ ਨਾ। ਕਹਿੰਦੇ ਬੋਲਦਾ ਵੀ ਨਹੀਂ, ਦੱਸਦਾ ਵੀ ਨਹੀਂ। ਉਹ ਜਿਹੜੀ ਚਿਤਰਮਤੀ ਸੀਗੀ ਨਾ, ਉਹਦੀ ਜਿਹੜੀ ਮਤਰੇਈ ਮਾਂ ਲੱਗੀ ਆਪਦੇ ਮਹਿਲ ਵਿੱਚ ਲੈ ਗਈ ਉਹਨੂੰ। ਇੱਥੇ ਹੀ ਮਹਾਰਾਜ ਜੀ ਨੇ ਔਰਤਾਂ ਦਾ ਇੱਕ ਚਰਿੱਤਰ ਦਰਜ ਕੀਤਾ ਵੀ ਰਿਸ਼ਤੇ ਵਿੱਚ ਤਾਂ ਉਹਦੀ ਉਹ ਮਾਂ ਹੀ ਲੱਗਦੀ ਆ, ਭਾਵੇਂ ਮਤਰੇਈ ਆ। ਮਾਂ ਤਾਂ ਅਸਲ ਮਾਂ ਹੀ ਬੰਦੇ ਦੀ ਹੁੰਦੀ ਆ, ਪਰ ਰਿਸ਼ਤਾ ਤਾਂ ਬੰਦੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਨਾ। ਇੱਥੇ ਉਹਦੀ ਨੀਤ ਜਿਹੜੀ ਆ ਵਿਗੜ ਗਈ ਆ। ਅਤ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ, ਮੋਹ ਮਨ ਕੋ ਮੋਹਤ ਸਦਾ ਮਿੱਤਰ ਤੇ ਹਾਰੇ ਨੈਣ। ਫਿਰ ਉਹ ਕਾਮ ਵਾਸ਼ਨਾ ਉਹਦੇ ਅੰਦਰ ਜਾਗੀ ਆ। ਕਹਿਣ ਲੱਗੀ ਮੈਂ ਤੇਰੇ ਵਿਛੋੜੇ ਤੋਂ ਬਿਨਾਂ ਜਿਉਂ ਨਹੀਂ ਸਕਦੀ। ਉਹ ਮਤਰੇਈ ਮਾਂ ਉਹਨੂੰ ਕਹਿ ਰਹੀ ਆ, ਮੈਂ ਤੇਰੇ ਰੂਪ ਤੇ ਮੋਹਤ ਆਂ। ਰਾਜੇ ਦਾ ਤੂੰ ਡਰ ਨਾ ਮੰਨ, ਡਰਨਾ ਆਪਦੇ ਪਿਤਾ ਤੂੰ ਇਸ ਤਰ੍ਹਾਂ ਮੇਰੇ ਨਾਲ ਸੰਬੰਧ ਬਣਾ। ਭੋਗ ਕਰੋ ਮੋਹਿ ਸਾਥ ਭਲੀ, ਬਿਦ ਭੂਪਤ ਕੋ ਨੈ ਤਰਾਸ ਵਿਚਾਰੋ। ਕਿਉਂਕਿ ਰਾਜਾ ਜਿਹੜਾ ਹੈ ਤੇ ਉਹ ਮੈਨੂੰ ਹੁਣ ਚੰਗਾ ਨਹੀਂ ਲੱਗਦਾ। ਉਹ ਤੇਰਾ ਕੁਝ ਵੀ ਨਹੀਂ ਵਿਗਾੜ ਸਕਦਾ। ਮੈਂ ਅਨੇਕਾਂ ਹੀ ਉਪਾਅ ਕੀਤੇ ਹੋਏ ਆ, ਤੂੰ ਡਰ ਨਾ। ਦੇਖੋ ਇੱਥੇ ਇਹ ਇਸਤਰੀ ਦਾ ਚਰਿੱਤਰ ਆ। ਉਹ ਆਪਣੇ ਇੱਕ ਮਤਰੇ ਪੁੱਤਰ ਨੂੰ
ਬਗਾਨਾ ਪੁੱਤ ਆ, ਭਾਵੇਂ ਉਹਦੀ ਢਿੱਡ ਤੋਂ ਜਨਮਿਆ ਨਹੀਂ, ਹੈ ਤਾਂ ਉਹਦੀ ਮਾਂ ਹੀ ਆ ਨਾ, ਪਰ ਉਹਨੂੰ ਗਲਤ ਰਾਹ ਤੇ ਤੋਰ ਰਹੀ ਆ। ਉਹ ਚਾਹੁੰਦੀ ਆ ਵੀ ਉਹਨੂੰ ਸੁੱਖ ਮਿਲੇ। ਦੇਖੋ, ਵਿਆਹੀ ਉਹ ਕਿਸੇ ਨਾਲ ਆ ਤੇ ਸੰਬੰਧ ਉਹ ਕਿਹਦੇ ਨਾਲ ਬਣਾ ਰਹੀ ਆ? ਆਪਣੇ ਹੀ ਮਤਰੇ ਪੁੱਤਰ ਦੇ ਨਾਲ। ਉਹਨੂੰ ਕਹਿ ਰਹੀ ਆ ਤੇ ਇਹ ਵੀ ਕਹਿ ਰਹੀ ਆ, ਤੂੰ ਰਾਜੇ ਤੋਂ ਤੈਨੂੰ ਡਰਨ ਦੀ ਲੋੜ ਨਹੀਂ। ਤੇ ਚਿੱਤ ਚੇਟਕ ਸੋ ਚੁੱਭ ਗਇਓ, ਚਮਕ ਚਕਿੱਤਰ ਪਇਓ ਅੰਗ, ਚੋਰ ਚਿੱਤਰ ਚਿੱਤ ਲੈ ਗਇਓ, ਚਪਲ ਚਖਣ ਕੇ ਸੰਗ। ਮਹਾਰਾਜ ਕਹਿੰਦੇ ਹਨ ਉਹ ਰਾਣੀ, ਉਹਦਾ ਮਨ ਵਿਆਸ਼ਨਾ ਦੇ ਵਿੱਚ, ਕਾਮ ਦੇ ਵਿੱਚ ਲੀਨ ਹੋ ਗਿਆ। ਕਿਉਂਕਿ ਸਭ ਤੋਂ ਪਹਿਲਾਂ ਵਿਕਾਰਾਂ 'ਚ ਕਾਮ ਹੀ ਆਪਾਂ ਨਾਮ ਲੈਂਦੇ ਹਾਂ। ਕਾਮ ਦੇ ਅਰਥ ਹੁੰਦੇ ਆ ਕਾਮਨਾ, ਕਿਸੇ ਚੀਜ਼ ਦੀ ਵੀ ਕਾਮਨਾ ਹੋ ਜਾਂਦੀ ਆ। ਉਹ ਕਹਿਣ ਲੱਗੀ, ਰਾਜਕੁਮਾਰ ਤੂੰ ਮੈਨੂੰ ਬਹੁਤ ਸੁੰਦਰ ਲੱਗਦਾ। ਰਾਣੀ ਨੇ ਕਿਹਾ ਵੀ ਤੇਰਾ ਰੂਪ ਦੇਖ ਕੇ ਮੈਂ ਤੇਰੇ ਵੱਸ 'ਚ ਹੋ ਗਈ ਹਾਂ, ਮੈਂ ਕਿਹਦਾ ਆਸਰਾ ਲਵਾਂ? ਤੇਰੇ ਤੋਂ ਬਿਨਾਂ ਤਾਂ ਮੇਰੀ ਜ਼ਿੰਦਗੀ ਬੇਕਾਰ ਹੈ। ਬਾਕ ਕਹੀ ਨਾ ਨਿਰਪ ਸੁਤ ਮਾਨੀ, ਚਿਤਰਮਤੀ ਤਬ ਭਈ ਕਿਸਾਨੀ। ਰਾਜਕੁਮਾਰ ਨੇ ਚਿਤਰਮਤੀ ਦਾ ਕਹਿਣਾ ਮੰਨਿਆ ਨਹੀਂ, ਉਹ ਸ਼ਰਮਿੰਦਾ ਬਹੁਤ ਹੋ ਗਈ। ਉਹਨੇ ਰਾਜਾ ਚਿੱਤਰ ਸਿੰਘ ਦੇ ਸਾਹਮਣੇ ਜਾ ਕੇ ਆਖਿਆ, ਤੇਰਾ ਪੁੱਤਰ ਬਹੁਤ ਦੁਸ਼ਟ ਆ। ਦੇਖੋ, ਉਹ ਬੱਚਾ ਮੰਨਿਆ ਨਹੀਂ। ਉਹ ਕਹਿਣ ਲੱਗਾ ਵੀ ਤੁਸੀਂ ਤਾਂ ਰਿਸ਼ਤੇ 'ਚ ਮੇਰੇ ਮਾਤਾ ਜੀ ਲੱਗਦੇ ਹੋ। ਚਿੱਤਰ ਸਿੰਘ ਪੈ ਜਾਏ ਪੁਕਾਰੋ, ਬੜੋ ਦੁਸ਼ਟ ਹੋਏ ਪੁੱਤਰ ਤਹਾਰੋ। ਵੀ ਤੁਸੀਂ ਤਾਂ ਮੇਰੇ ਮਾਤਾ ਜੀ ਲੱਗਦੇ ਹੋ, ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦਾ ਆਪ ਜੀ ਦੇ ਨਾਲ? ਉਹਨੇ ਨਾ ਆਪਦੇ ਕੱਪੜੇ ਪਾੜ ਲਏ। ਮਹਾਰਾਜ ਜੀ ਕਹਿੰਦੇ, ਫਾਰ ਚੀਰ ਕਰ ਆਪਣੇ, ਮੁਖ ਨਖ ਘਾਏ ਲਗਾਏ। ਕੱਪੜੇ ਪਾੜ ਲਏ, ਨੌਹਾਂ ਦੇ ਨਾਲ ਆਪਣੇ ਮੁਖ ਤੇ ਜ਼ਖਮ ਕਰ ਲਏ। ਮਹਾਰਾਜ ਜੀ ਕਹਿੰਦੇ, ਰਾਜਾ ਕੋ ਰੋਖਤ ਕੀਓ, ਤਨ ਕੋ ਚਿਹਨ ਦਿਖਾਏ। ਆਪਣੇ ਸਰੀਰ ਦੇ ਅੰਗਾਂ ਨੂੰ ਵਿਖਾ ਕੇ ਉਹਨੇ ਰਾਜੇ ਨੂੰ ਰੋਹ ਵਿੱਚ ਭਰ ਦਿੱਤਾ। ਆਖਿਆ, ਦੇਖ ਤੇਰੇ ਪੁੱਤਰ ਨੇ ਮੇਰਾ ਕੀ ਹਾਲ ਕੀਤਾ, ਤੇ ਇਹ ਮੈਨੂੰ ਮਹਿਲ ਦੇ ਅੰਦਰ ਜਿਹੜਾ ਲੈ ਗਿਆ, ਮੇਰੇ ਨਾਲ ਇਹਨੇ ਜ਼ਬਰਦਸਤੀ ਕੀਤੀ ਆ। ਇਸ ਤਰ੍ਹਾਂ ਅੱਜ ਵੀ ਕੁਝ ਔਰਤਾਂ ਕਿਸੇ ਮਾਸੂਮ ਬੰਦਿਆਂ ਨੂੰ ਇਵੇਂ ਫਸਾ ਦਿੰਦੀਆਂ ਹਨ। ਇਹ ਚੀਜ਼ਾਂ ਹੁੰਦੀਆਂ ਅੱਜ ਵੀ, ਜਿਨ੍ਹਾਂ ਨਾਲ ਹੁੰਦੀਆਂ ਉਹ ਦੱਸਦੇ ਨਹੀਂ, ਵੱਖਰੀ ਗੱਲ ਆ, ਉਹ ਪਤਾ ਹੀ ਨਹੀਂ ਲੱਗਦਾ। ਏਡੀ ਦੁਨੀਆ ਇੰਨਾ ਕੁਝ ਹੋਈ ਜਾਂਦਾ। ਇਹ ਚੀਜ਼ਾਂ ਤਾਂ ਬਹੁਤ ਹੁੰਦੀਆਂ। ਬਚਨ ਸੁਣਤ ਕ੍ਰੋਧਿਤ ਨਿਰਪ ਭਇਓ। ਜਦੋਂ ਰਾਣੀ ਨੇ ਕਿਹਾ ਨਾ, ਰਾਜਨ, ਰਾਜਕੁਮਾਰ ਤਾਂ ਬਹੁਤ ਮਾੜੀ ਬਿਰਤੀ ਵਾਲਾ ਬੰਦਾ ਹੈ, ਮੇਰੇ ਨਾਲ ਦੇਖੋ ਉਹਨੇ ਕੀ ਕੀਤਾ। ਜਦੋਂ ਰਾਜੇ ਨੇ ਸੁਣਿਆ, ਰਾਜਾ ਗੁੱਸੇ 'ਚ ਆ ਗਿਆ, ਪੁੱਤਰ ਨੂੰ ਮਾਰਨ ਲਈ ਗਿਆ। ਮੰਤਰੀਆਂ ਨੇ ਰਾਜੇ ਨੂੰ ਸਮਝਾਇਆ ਵੀ ਇਸਤਰੀਆਂ ਦੇ ਚਰਿੱਤਰਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। ਰਾਜਨ, ਮਾਰਨ ਹਿਤ ਸੁਤੈ ਲੈ ਗਇਓ। ਪਹਿਲਾਂ ਗੱਲ ਦਾ ਫੈਸਲਾ ਤਾਂ ਕਰ ਲਾ, ਸੱਚ ਤਾਂ ਜਾਣ ਲਾ, ਸੱਚ ਕੀ ਆ? ਮੰਤਰਣ ਆਨ ਰਾਬ ਸਮਝਾਇਓ, ਤ੍ਰਿਆ ਚਰਿੱਤਰ ਨਾ ਕਿਨਹੂ ਪਾਇਓ। ਇਹ ਭਾਈ ਔਰਤਾਂ ਦੇ ਚਰਿੱਤਰਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। ਇਸ ਕਰਕੇ ਰਾਜਕੁਮਾਰ ਨੂੰ ਨਾ ਮਾਰ, ਨਾ ਮਾਰ। ਤੇ ਜਿਹੜਾ ਰਾਜਾ ਸੀਗਾ ਤੇ ਗੁਰਮੁਖ ਪਿਆਰਿਓ, ਉਹਨੇ ਆਪਣੇ ਪੁੱਤਰ ਨੂੰ ਕੈਦ ਵਿੱਚ ਸੁੱਟ ਦਿੱਤਾ। ਸਵੇਰ ਹੁੰਦਿਆਂ ਹੀ ਆਪਣੇ ਕੋਲ ਬੁਲਾ ਲਿਆ। ਭੋਰ ਹੋਤ ਆਪਣੇ ਨਿਕਟ, ਬਾਹਰੋਂ ਲਿਓ ਬੁਲਾਏ। ਫਿਰ ਉਹ ਰਾਜਕੁਮਾਰ ਕਹਿਣ ਲੱਗਾ, ਪਿਤਾ ਜੀ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਇਹ ਜਿਹੜੀਆਂ ਇਸਤਰੀਆਂ ਹੁੰਦੀਆਂ ਨੇ, ਔਰਤਾਂ ਹੁੰਦੀਆਂ ਨੇ, ਸਾਰੀਆਂ ਦੀ ਗੱਲ ਨਹੀਂ, ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹ ਸਿਆਣੇ ਤੋਂ ਸਿਆਣੇ ਬੰਦੇ ਨੂੰ ਵੀ ਮੂਰਖ ਬਣਾ ਜਾਂਦੀਆਂ। ਗਲਤ ਤਾਂ ਇਹ ਆਪ ਸੀਗੀ, ਫਸਾਇਆ ਇਹਨੇ ਮੈਨੂੰ ਆ, ਆਪ ਇਹ ਦੋਸ਼ ਵਿੱਚੋਂ ਨਿਕਲ ਗਈ ਆ, ਮੈਨੂੰ ਫਸਾ ਦਿੱਤਾ, ਮੈਨੂੰ ਜੇਲ੍ਹ ਵਿੱਚ ਤੁਸੀਂ ਕੈਦ 'ਚ ਸੁੱਟ ਦਿੱਤਾ। ਪਿਤਾ ਜੀ ਤੁਸੀਂ ਤਾਂ ਜਾਣਿਆ ਹੀ ਨਹੀਂ ਸੱਚ। ਜੇ ਤੁਸੀਂ ਜਾਣਦੇ, ਇੱਕ ਪੱਤਰ ਕਾ ਗਵਾਰ ਕੀ ਤਾਂ ਕੋ ਕਹੋ ਵਿਚਾਰ। ਇਹ ਤੁਸੀਂ ਗਵਾਰ ਔਰਤ ਤੇ ਯਕੀਨ ਕਰ ਲਿਆ, ਕਿਉਂਕਿ ਤੁਸੀਂ ਸੱਚ ਨਹੀਂ ਸਮਝ ਸਕਦੇ ਇਹਨਾਂ ਦੇ ਚਰਿੱਤਰਾਂ ਬਾਰੇ। ਮੰਤਰੀਆਂ ਨੇ ਵੀ ਕਿਹਾ ਵੀ ਰਾਜਕੁਮਾਰ ਨਿਰਦੋਸ਼ ਆ, ਪਰ ਰਾਜਾ ਮੰਨਦਾ ਨਹੀਂ ਸੀਗਾ। ਉਹ ਰੋਂਦੀ ਸੀ ਆ ਕੇ, ਕਹਿੰਦੀ ਸੀ ਦੇਖੋ, ਕਿਉਂਕਿ ਉਹਦੀ ਹਉਮੈ ਨੂੰ ਸੱਟ ਵੱਜੀ ਆ ਵੀ ਜੇ ਮੇਰੇ ਨਾਲ ਇਸ ਤਰ੍ਹਾਂ ਤੂੰ ਨਹੀਂ ਜਾਏਗਾ ਤਾਂ ਮੈਂ ਤੈਨੂੰ ਫਸਾ ਦੇਵਾਂਗੀ। ਤਾਂ ਇਹ ਚੀਜ਼ਾਂ ਸਾਡੇ ਆਸ-ਪਾਸ ਤੁਸੀਂ ਕਦੇ ਨਿਊਜ਼ਪੇਪਰ ਚੱਕ ਕੇ ਦੇਖਿਓ, ਜਬਰ ਜਨਾਹ ਕਿੱਥੇ ਕਿੱਥੇ ਹੋ ਰਹੇ ਆ। ਕਿਸ ਤਰ੍ਹਾਂ ਝੂਠੇ ਜਾਂ ਸੱਚੇ ਵੀ ਹੁੰਦੇ ਆ, ਮੈਂ ਇਹ ਨਹੀਂ ਕਹਿ ਰਿਹਾ, ਔਰਤਾਂ ਨਾਲ ਧੱਕਾ ਵੀ ਹੁੰਦਾ, ਦੇਸ਼ਾਂ ਵਿਦੇਸ਼ਾਂ ਵਿੱਚ ਇਹ ਖਬਰਾਂ ਫੈਲਦੀਆਂ। ਇਹ ਸਾਰਾ ਕੁਝ ਸਾਡੇ ਆਸੇ-ਪਾਸੇ ਹੋ ਰਿਹਾ। ਲੋਕ ਜਿਹੜੇ ਆ ਇਹਦੇ ਬਾਰੇ ਗੱਲ ਕਰਨੀ ਚੰਗੀ ਨਹੀਂ ਸਮਝਦੇ, ਉਹ ਗੱਲ ਵੱਖਰੀ ਆ। ਇਹ ਗੱਲ ਚੰਗੀ ਨਹੀਂ ਸਮਝਦੇ, ਉਹ ਗੱਲ ਹੀ ਨਹੀਂ ਕਰਦੇ, ਪਰ ਉਹਨਾਂ ਦੇ ਅੰਦਰ ਕਾਮ ਵਾਸ਼ਨਾ ਹੈ, ਹਰ ਬੰਦੇ ਅੰਦਰ ਹੈ ਕਾਮ। ਜਦੋਂ ਮਹਾਰਾਜ ਦਾ ਆਪਾਂ ਵਿਕਾਰਾਂ ਦਾ ਨਾਮ ਲੈਂਦੇ, 5 ਵਿਕਾਰ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਾਮ ਪਹਿਲੇ ਨੰਬਰ ਤੇ ਬੋਲਿਆ ਜਾਂਦਾ। ਕ੍ਰੋਧ ਬਾਰੇ ਵੀ ਆਪਾਂ ਗੱਲ ਕਰਦੇ ਹਾਂ,
ਲੋਭ ਬਾਰੇ ਵੀ, ਮੋਹ ਬਾਰੇ ਵੀ, ਹੰਕਾਰ ਬਾਰੇ ਵੀ, ਕਾਮ ਦੇ ਜਿਹੜੀ ਕਾਮਨਾ ਬੰਦੇ ਦੀ ਪ੍ਰਬਲ ਆ ਜਿਹੜੀ, ਉਹਦੇ ਬਾਰੇ ਘੱਟ ਗੱਲ ਹੁੰਦੀ ਆ। ਤਾਂ ਮਹਾਰਾਜ ਨੇ ਇਹ 10ਵੇਂ ਗ੍ਰੰਥ ਦੇ ਦੂਜੇ ਚਰਿੱਤਰ ਵਿੱਚ ਇਹਦੀ ਹੀ ਗੱਲ ਕੀਤੀ ਆ। ਇਹ ਜਿਹੜੀ ਔਰਤ ਆ ਕਿਸ ਤਰ੍ਹਾਂ ਇਹ ਰੂਪ ਬਣਾ ਕੇ ਨਾ ਕਿਵੇਂ ਇਹ ਚੀਜ਼ਾਂ ਕਰ ਦਿੰਦੀ ਹੈ। ਤਾਂ ਉਹ ਸ਼ਬਦ ਜਿਹੜੇ ਆ ਜੇ ਸੰਕੋਚ ਕੇ ਵਰਤੇ ਜਾਣ, ਹਰ ਬੰਦਾ ਇਹ ਕਥਾ ਸੁਣ ਸਕਦਾ। ਭਾਵੇਂ ਕਿ 10ਵੇਂ ਗ੍ਰੰਥ ਵਿੱਚ ਬਹੁਤ ਚੀਜ਼ਾਂ ਹਨ ਜਿਹੜੀਆਂ ਇੱਕ ਵਿਦਵਾਨ ਬਣ ਕੇ, ਹੰਸ ਬਣ ਕੇ ਮੋਤੀ ਚੁਗਣ ਵਾਲੀ ਗੱਲ ਆ। ਬਗਲੇ ਬਣ ਕੇ ਨਹੀਂ ਇਹ ਚੀਜ਼ਾਂ ਪੜ੍ਹੀਆਂ ਜਾਂਦੀਆਂ, ਨਾ ਸੁਣੀਆਂ ਜਾਂਦੀਆਂ। ਮੈਂ ਪਹਿਲਾਂ ਹੀ ਆਪ ਜੀ ਨੂੰ ਕਹਿਦਾ ਇਹ ਵੀ ਇਹ ਚੀਜ਼ਾਂ ਸੁਣਨੀਆਂ ਹੋਣ ਤੇ ਹੰਸ ਬਿਰਤੀ, ਹੰਸਾਂ ਹੀਰਾ ਮੋਤੀ ਚੁਗਣਾ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਗਤੀ ਆ, ਬੱਗ ਡੱਡਾਂ ਭਾਲਣ ਜਾਵੇ। ਤਾਂ ਇਹ ਜਿਹੜੀਆਂ ਚੀਜ਼ਾਂ ਹੰਸ ਬਣ ਕੇ ਪੜ੍ਹਨ ਵਾਲੀਆਂ। ਹੁਣ ਗੁਰੂ ਸਾਹਿਬ ਜੀ ਨੇ ਜਿਹੜਾ ਚਰਿੱਤਰ ਪਹਿਲਾ ਵਾ ਉਹਦੇ ਵਿੱਚ ਚੰਡੀ ਚਰਿੱਤਰ ਮਹਾਰਾਜ ਨੇ ਲਿਖਿਆ। ਉਹ ਤੂੰ ਹੀ ਖੜਗ ਧਾਰਾ, ਤੂੰ ਹੀ ਬਾੜ ਵਾਰੀ, ਤੂੰ ਹੀ ਤੀਰ ਤਰਵਾਰ, ਕਾਤੀ ਕਟਾਰੀ, ਹਲੱਬੀ ਜਨੱਬੀ ਮਗਰਬੀ ਤੂੰ ਹੀ ਹੈ, ਨਿਹਾਰੋ ਜਹਾਂ ਆਪ ਠਾਂਡੀ ਵਹੀ ਹੈ। ਮਹਾਰਾਜ ਕਹਿੰਦੇ ਭਗੌਤੀ ਤੂੰ ਸਿੱਧੀ ਤਲਵਾਰ ਦੀ ਧਾਰ ਆ, ਤੂੰ ਹੀ ਟੇਢੀ ਆ, ਤੂੰ ਹੀ ਤੀਰ ਆ, ਤੂੰ ਹੀ ਤਲਵਾਰ ਆ, ਤੂੰ ਹੀ ਕਟਾਰ ਆ, ਤੂੰ ਹੀ ਸ਼ਾਮ ਦੇਸ਼ ਦੇ ਸ਼ਹਿਰ ਹਲੱਬ ਦੀ ਬਣੀ ਆ। ਹਲਬੀ ਤਲਵਾਰ ਆ, ਦੱਖਣੀ ਤੇ ਪੱਛਮੀ ਤਲਵਾਰ ਆ, ਜਿੱਧਰ ਮੈਂ ਵੇਖਦਾ ਤੈਨੂੰ ਬਿਰਾਜਮਾਨ ਪਾਉਣਾ। 10ਵੇਂ ਗ੍ਰੰਥ ਸਾਹਿਬ ਜੀ ਦੇ 809 ਅੰਗ ਤੇ ਇਹ ਚਰਿੱਤਰ ਜਿਹੜੇ ਆ ਸ਼ੁਰੂ ਹੁੰਦੇ ਆ ਜੀ। ਤੂੰ ਹੀ ਜੋਗ ਮਾਇਆ, ਤੂੰ ਹੀ ਬਾਕਬਾਨੀ, ਤੂੰ ਹੀ ਆਪ ਰੂਪਾ, ਤੂੰ ਹੀ ਸ੍ਰੀ ਭਵਾਨੀ। ਭਗੌਤੀ ਹੇ ਭਗੌਤੀ ਤੂੰ ਹੀ ਮਾਇਆ, ਤੂੰ ਹੀ ਸਰਸਵਤੀ, ਤੂੰ ਹੀ ਵਿਸ਼ਨੂੰ, ਤੂੰ ਹੀ ਸ਼ਿਵ, ਤੂੰ ਹੀ ਵਿਸ਼ਵ ਮਾਤਾ, ਸਾਰਿਆਂ 'ਚ ਤੂੰ ਬਿਰਾਜਮਾਨ। ਇਹ ਪਰਮਾਤਮਾ ਦੀ ਸ਼ਕਤੀ ਆ। ਭਗੌਤੀ ਜਿਹੜੇ ਮਹਾਰਾਜ ਕਹਿ ਰਹੇ ਆ, ਸਾਰੀ ਸ਼ਕਤੀ ਪਰਮਾਤਮਾ ਤੋਂ ਹੀ ਆਉਂਦੀ ਆ। ਤੂੰ ਹੀ ਦੇਵ ਤੂੰ ਦੈਤ, ਤੈਂ ਜਛ ਉਪਾਏ, ਤੂੰ ਹੀ ਤੁਰਕ ਹਿੰਦੂ ਜਗਤ ਮੈਂ ਬਣਾਏ। ਹੇ ਵਾਹਿਗੁਰੂ ਤੂੰ ਦੇਵ ਦੈਤ ਰਾਖਸ਼ ਹਿੰਦੂ ਇਹ ਸਾਰੇ ਸੰਸਾਰ 'ਚ ਪੈਦਾ ਕੀਤੇ ਆ। ਪਰਮਾਤਮਾ ਦੇ ਨਾਮ ਦੀ ਚਰਚਾ ਜਿਹੜੇ ਕਰਦੇ ਲੋਕ ਵੀ ਤੂੰ ਬਣਾਏ ਆ। ਪਰਮਾਤਮਾ ਹੇ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਹੀ ਕੋਈ ਲਿਖਤਾਂ ਨੂੰ ਲਿਖ ਸਕਦਾ। ਤੁਸੀਂ ਹੀ ਰਾਮਚੰਦਰ ਦੇ ਵਿੱਚ ਬਲ ਪਾਇਆ, ਤੂੰ ਹੀ ਰਾਮ ਹੋਇਆ ਕਹਿ ਹੱਠੀ ਦੈਤ ਘਾਇਓ, ਤੇ ਬਹੁਤ ਦੈਂਤਾਂ ਦਾ ਨਾਸ ਕੀਤਾ। ਤੂੰ ਹੀ ਕ੍ਰਿਸ਼ਨ ਹੈ ਕੰਸ ਕੇਸੀ ਖਪਾਇਓ, ਕ੍ਰਿਸ਼ਨ ਬਣ ਕੇ ਕੰਸ ਨੂੰ ਕੇਸਾਂ ਤੋਂ ਫੜ ਕੇ ਸੁੱਟਿਆ ਸੀ। ਤੂੰ ਹੀ ਯਾਲਪਾ ਕਾਲਕਾ ਕਹਿ ਬਖਾਨੀ, ਤੁਸੀਂ ਯਾਲਪਾ ਕਾਲਪਾ ਕਈ ਨਾਵਾਂ ਨਾਲ ਤੁਹਾਨੂੰ ਕਿਹਾ ਜਾਂਦਾ ਵੀ ਇਹ ਵੀ ਦੇਵੀ ਵੀ ਰੱਬ ਦਾ ਹੀ ਰੂਪ ਆ। 14 ਲੋਕਾਂ ਵਿੱਚ ਤੁਹਾਡੀ ਰਾਜਧਾਨੀ ਮੰਨੀ ਜਾਂਦੀ ਹੈ। ਤੇ ਇਸ ਤਰ੍ਹਾਂ ਤਹੀਂ ਰਾਜ ਰਾਜੇਸ਼ਵਰੀ ਕਹਿ ਬਖਾਨੀ, ਤੂੰ ਹੀ 14 ਲੋਕ ਕੀ ਆਪ ਰਾਨੀ। ਹੇ ਭਗੌਤੀ ਪਰਮਾਤਮਾ ਦੀ ਸ਼ਕਤੀ ਤੇਰੇ ਵਿੱਚੋਂ ਹੀ ਇਹ ਅਵਤਾਰ ਪੈਦਾ ਹੋਏ ਆ। ਸ੍ਰੇਸ਼ਟ ਪੁਰਸ਼ ਤੁਹਾਨੂੰ ਸ੍ਰੇਸ਼ਟ ਕਹਿੰਦੇ ਆ। ਮਹਾਨ ਬਿਆਸ ਦੀ ਬਾਣੀ ਵਿੱਚੋਂ ਤੁਹਾਡੀ ਝਲਕ ਮਿਲਦੀ ਆ। ਸ਼ੇਸ਼ ਸੇਜਾ ਬਣਾਉਣ ਵਾਲੀ ਵੀ ਤੂੰ ਹੀ ਆ। ਸ਼ੇਰ ਦੀ ਸਵਾਰੀ ਦੇ ਰੂਪ ਵਿੱਚ ਵੀ ਤੈਨੂੰ ਜਾਣਿਆ ਜਾਂਦਾ। ਤਾਂ ਇਹ ਜਿਹੜੇ ਅਵਤਾਰ ਹੋਏ ਆ ਮਹਾਰਾਜ ਅਸਲ ਵਿੱਚ ਕਹਿ ਰਹੇ ਆ ਪਰਮਾਤਮਾ ਦੀ ਇੱਕ ਸ਼ਕਤੀ ਆ ਭਗੌਤੀ, ਉਹਦੇ ਤੋਂ ਪੈਦਾ ਹੋਏ ਦੇਵੀ ਦੇਵਤੇ ਅਵਤਾਰ ਆ। ਉਹਨਾਂ ਬਾਰੇ ਮਹਾਰਾਜ ਜ਼ਿਕਰ ਕਰਦੇ ਆ। ਤੇ ਚੰਡੀ ਦਾ ਰੂਪ ਧਾਰ ਕੇ ਤੂੰ ਧੂ ਮਾਸ਼ਰ ਜਿਵਾਲਾਸ਼ ਕੀ ਸੌ ਜਰਾਇਓ, ਤੂੰ ਹੀ ਕੌਚ ਬਕਰ ਤਾਪਣੇ ਤੇ ਉਚਾਰਿਓ, ਤੂੰ ਹੀ ਮਹਿਖਾਸੁਰ ਦੈਂਤ ਨੂੰ ਮਾਰਿਆ ਸੀ। ਧੂਮਾ ਅਮਰਸ਼ ਦੈਂਤਾਂ ਨੂੰ ਸਾੜ ਕੇ ਕੱਟ ਦਿੱਤਾ। ਬਹੁਤ ਤੇਰੇ ਤੇ ਕਿਰਪਾ ਹੋਈ, ਤੂੰ ਉਹਨਾਂ ਦੀ ਰੱਖਿਆ ਕੀਤੀ ਜਿਹੜੇ ਦੱਬੇ ਜਾ ਰਹੇ ਸੀ। ਇਹ ਜਿਹੜੀ ਕਥਾ ਪ੍ਰਥਮ ਧਿਆਏ ਸ੍ਰੀ ਭਗਵਤੀ ਵਰਨੋ ਤ੍ਰਿਆ ਪ੍ਰਸੰਗ, ਮਹਾਰਾਜ ਜੀ ਨੇ ਆਖਿਆ ਸੀਗਾ ਕਿ ਮੈਂ ਇਹ ਜਿਹੜੀ ਕਥਾ ਕਹਿਣ ਤੋਂ ਪਹਿਲਾਂ ਇਹ ਮੈਂ ਸ਼੍ਰੀ ਭਗੌਤੀ ਜੀ ਸਹਾਏ ਆਦ ਸ਼ਕਤੀ ਪਰਮਾਤਮਾ ਦੀ ਸ਼ਕਤੀ ਭਗੌਤੀ ਜਿਹੜੀ ਆ ਉਹਨੂੰ ਧਿਆਉਣਾ, ਰੱਬ ਨੂੰ ਧਿਆਉਣਾ। ਫਿਰ ਮੈਂ ਇਸਤਰੀਆਂ ਦੇ ਚਰਿੱਤਰ ਜਿਹੜੇ ਆ ਵੀ ਕਿਵੇਂ ਉਹ ਰਾਜਿਆਂ ਨੂੰ ਜਾਲ 'ਚ ਫਸਾ ਲੈਂਦੀਆਂ, ਰਾਜਕੁਮਾਰਾਂ ਦੀ ਜ਼ਿੰਦਗੀ ਖਰਾਬ ਕਰ ਦਿੰਦੀਆਂ, ਉਹਨਾਂ ਦੇ ਚਰਿੱਤਰ ਵਰਣਨ ਕਰਾਂਗਾ। ਤਾਂ ਪਹਿਲੇ ਜਿਹੜੇ ਚਰਿੱਤਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਮੁਖ ਪਿਆਰਿਓ ਤੇ ਆ ਸਾਰਾ ਹੀ ਜੋ ਯੁੱਧ ਦਾ ਬਿਆਨ ਕੀਤਾ, ਵੀਰ ਰਸ ਬਿਆਨ ਕੀਤਾ। ਫਿਰ ਅੱਗੇ ਸਿੰਘਾਂ ਨੂੰ ਦੱਸਿਆ ਵੀ ਸਿੰਘ ਕਹਿੰਦੇ ਮਹਾਰਾਜ ਵੱਡੇ ਵੱਡੇ ਰਾਜੇ ਇਹ ਕਿਸ ਤਰ੍ਹਾਂ ਇਹਨਾਂ ਦਾ ਰਾਜ ਭਾਗ ਖੁੱਸ ਗਿਆ ਸੀਗਾ। ਫਿਰ ਗੁਰੂ ਜੀ ਨੇ ਕਿਹਾ ਵੀ ਇਸਤਰੀਆਂ ਦਾ ਵੀ ਹੱਥ ਹੈਗਾ ਇਹਨਾਂ ਦੇ ਵਿੱਚ।
ਤਾਂ ਉਹ ਆਪਾਂ ਵੇਖਦੇ ਹੀ ਹਾਂ ਵੀ ਅੱਜ ਵੀ ਇਹ ਚੀਜ਼ਾਂ ਘਰਾਂ ਘਰਾਂ ਵਿੱਚ ਇਸਤਰੀਆਂ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਅੱਜ ਵੀ ਹੁੰਦੀਆਂ ਤੇ ਨਜਾਇਜ਼ ਸੰਬੰਧ ਅੱਜ ਵੀ ਹੈਗੇ ਆ। ਤੁਸੀਂ ਇਹ ਚੀਜ਼ ਤੋਂ ਮੁੱਕਰ ਨਹੀਂ ਸਕਦੇ, ਭਾਵੇਂ ਤੁਹਾਨੂੰ ਇਹ ਚੰਗੀਆਂ ਨਾ ਲੱਗਣ, ਮੁੱਕਰ ਨਹੀਂ ਸਕਦੇ, ਤੁਸੀਂ ਮੁਨਕਰ ਨਹੀਂ ਹੋ ਸਕਦੇ। ਇਹ ਚੀਜ਼ਾਂ ਹੈਗੀਆਂ, ਪਰ ਬੰਦਾ ਅੰਦਰ ਰੱਖਣੀਆਂ ਚਾਹੁੰਦਾ, ਬਾਹਰ ਨਹੀਂ ਕੱਢਣੀਆਂ ਚਾਹੁੰਦਾ। ਉਹਨੂੰ ਦੱਬੀ ਜਾਂਦਾ, ਜਿੰਨਾ ਚੀਜ਼ ਨੂੰ ਦੱਬੀ ਜਾਓਗੇ ਉਨੀ ਪ੍ਰੈਸ਼ਰ ਨਾਲ ਚੀਜ਼ ਬਾਹਰ ਆਉਂਦੀ ਆ। ਇਹ ਚੀਜ਼ ਬਾਰੇ ਗੱਲਬਾਤ ਕਰੋਗੇ, ਉਹਦੇ ਬਾਰੇ ਵਿਚਾਰ ਕਰੋਗੇ, ਫਿਰ ਹੌਲੀ ਹੌਲੀ ਸਹਿਜੇ ਸਹਿਜੇ ਖਤਮ ਹੋ ਜਾਏਗੀ। ਤਾਂ ਮੈਂ ਇਹੀ ਆਪ ਜੀ ਨੂੰ ਆਖਾਂਗਾ, ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਹੀ ਕਰਨ ਆਪ ਜੀ ਤੇ। ਅੱਜ ਅਸੀਂ ਇਹ ਜੋ 2 ਚਰਿੱਤਰ ਹਨ, ਪਹਿਲਾ ਤੇ ਦੂਜਾ ਸ਼੍ਰੀ ਦਸਮ ਗ੍ਰੰਥ ਵਿੱਚ, ਇਹਦੇ ਬਾਰੇ ਹੀ ਵਿਚਾਰ ਕਰਨੀ ਆ। ਤੇ ਉਹ ਆਪ ਜੀ ਨੇ ਜਿਹੜੀ ਵਿਚਾਰ ਸੀਗੀ ਹੁਣ ਸਰਵਨ ਕੀਤੀ ਆ, ਵੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਦੱਸਿਆ, ਵੀ ਦੱਸਣ ਪਿੱਛੇ ਕੀ ਰਾਜ ਕੀ ਸੀਗਾ, ਵੀ ਮੇਰੇ ਸਿੰਘਾਂ ਨੂੰ ਪਤਾ ਲੱਗੇ ਇਸਤਰੀਆਂ ਇਦਾਂ ਵੀ ਕਰਦੀਆਂ, ਇਹਨਾਂ ਦੇ ਚਰਿੱਤਰ ਤੋਂ ਬਚ ਕੇ ਰਹਿਣਾ ਚਾਹੀਦਾ। ਇਸਤਰੀ ਨੇ ਕਿਸੇ ਬੰਦੇ ਨੂੰ ਮਾਰਨਾ ਹੋਵੇ, ਉਹਨੂੰ ਛੁਰੀ ਦੀ ਲੋੜ ਨਹੀਂ ਪੈਂਦੀ, ਕਿਸੇ ਚਾਕੂ ਦੀ, ਕਿਸੇ ਹਥਿਆਰ ਦੀ, ਨਾ, ਉਹਦੇ ਚਰਿੱਤਰ ਹੀ ਕਾਫੀ ਆ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤੀ ਕਰਨ। ਇਹ ਜੋ ਕਥਾ ਵਿਚਾਰ ਹੈ ਰਾਜਾ ਚਿੱਤਰ ਸਿੰਘ ਤੇ ਰਾਣੀ ਚਿੱਤਰਵਤੀ, ਤੇ ਜੋ ਪਹਿਲਾ ਚਰਿੱਤਰ ਆ ਉਹਦੇ ਵਿੱਚ ਮਹਾਰਾਜ ਨੇ ਚੰਡੀ ਚਰਿੱਤਰ ਦਰਜ ਕੀਤਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਮੈਂ ਨਾ ਗਣੇਸ਼ੇ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨ ਧਿਆਉ, ਕਾਣ ਸੁਣੇ ਪਹਿਚਾਨ 300, ਲਿਵ ਲਾਗੀ ਮੋਰੀ ਪਗਿਨ ਸੋ। ਅਸੀਂ ਤਾਂ ਜੀ ਕਿਸੇ ਨੂੰ ਦੇਵੀ ਦੇਵਤੇ ਨੂੰ ਨਹੀਂ ਧਿਆਉਂਦੇ, ਅਸੀਂ ਤਾਂ ਆਦਿ ਸ਼ਕਤੀ, ਉਹ ਭਗਉਤੀ ਜੀ ਪਰਮਾਤਮਾ, ਉਹਨਾਂ ਨੂੰ ਮੰਨਦੇ ਆ। ਤਾਂ ਕੁਝ ਭਗਤ ਜਿਹੜੇ ਆ ਸਾਡੇ, ਉਹਨਾਂ ਨੇ ਵੀ ਭਗੌਤ ਸ਼ਬਦ ਵਰਤਿਆ ਹੈ, ਜਿਵੇਂ ਕਿ ਭਗਤ ਭਗੌਤ ਲਿਖੀਏ ਤੇ ਉੱਪਰੇ, ਭਗਤ ਰਵਿਦਾਸ ਜੀ ਇਹ ਬਚਨ ਕਰਦੇ ਆ। ਤੇ ਉਵੇਂ ਫਿਰ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹਨ, ਤਾਂ ਉਹ ਪਰਮਾਤਮਾ ਦੇ ਸੰਬੰਧ ਵਿੱਚ ਹੀ ਭਗਤਾਂ ਨੇ ਵੀ ਇਹ ਸ਼ਬਦ ਵਰਤਿਆ, ਭਗੌਤ ਸ਼ਬਦ ਕਾਫੀ ਵਾਰ ਵਰਤਿਆ ਹੈ। ਤੇ ਇਹ ਅਕਾਲ ਪੁਰਖ ਦਾ ਹੀ ਇੱਕ ਨਾਮ ਆ। ਪ੍ਰਥਮ ਭਗੌਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਭਗਤ ਰਵਿਦਾਸ ਜੀ ਫਰਮਾਉਂਦੇ ਆ, ਭਗਤ ਭਗੌਤ ਲਿਖੀਏ ਤੇ ਉੱਪਰੇ, ਪੂਜੀਏ ਕਰ ਨਮਸਕਾਰੰ, ਤਰਤਾਰ ਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰ। ਇਹ ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਆ, ਪਰ ਜਦੋਂ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗਜ਼ਾਂ ਬਾਰੇ ਲੋਕ ਜਿਹੜੇ ਆ, ਉਹਨਾਂ ਦੇ ਬਾਰੇ ਵਿਚਾਰ ਕਰਦੇ ਆ ਵੀ ਕਾਗਜ਼ ਵੀ ਮਾੜੇ ਹੀ ਆ। ਇਹ ਤਾੜੀ ਦਾ ਦਰਖਤ ਵਿੱਚੋਂ ਸ਼ਰਾਬ ਨਿਕਲਦੀ ਆ ਨਾ, ਪਰ ਜਦੋਂ ਉਹਦੇ ਉੱਪਰ ਕਾਗਜ਼ਾਂ ਦੇ ਉੱਪਰ ਸਵਾਮੀ ਦੀ ਸਿਫਤ ਲਿਖੀ ਜਾਂਦੀ ਆ ਨਾ, ਲੋਕ ਉਹਨਾਂ ਨੂੰ ਮੱਥਾ ਟੇਕਦੇ ਆ। ਇਵੇਂ ਗੁਰਮੁਖ ਪਿਆਰਿਓ, ਇਹ ਸਾਰੀਆਂ ਚੀਜ਼ਾਂ ਵੀ ਜੋ ਭਗਵਾਨ ਜੀ ਜਦੋਂ ਦਿਲ 'ਚ ਵਸ ਜਾਂਦੇ ਆ, ਉਹੀ ਚੀਜ਼ ਬੰਦਾ ਸ਼ੁੱਧ ਹੋ ਜਾਂਦਾ। ਸੱਜਣ ਠੱਗ ਪਹਿਲਾਂ ਠੱਗ ਸੀ, ਨਾਮ ਵਸ ਗਿਆ, ਸੱਜਣ ਬਣ ਗਿਆ। ਤਾਂ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਮਝਣਾ ਪਵੇਗਾ, ਯਤਨ ਕਰਨਾ ਪਵੇਗਾ। ਜਿਹੜੀ ਸੌੜੀ ਸੋਚ ਆ, ਉਹਦਾ ਜਿਹੜਾ ਹੱਲ ਕੱਢਣਾ ਪਵੇਗਾ, ਸੋਚ ਵਿਸ਼ਾਲ ਕਰਨੀ ਪਵੇਗੀ, ਹੰਸ ਬਣਨਾ ਪਵੇਗਾ, ਪੁਰਾਤਨ ਗ੍ਰੰਥਾਂ ਨੂੰ ਪੜ੍ਹਨਾ। ਤਾਂ ਹਜ਼ੂਰ ਸਾਹਿਬ ਤੁਸੀਂ ਜਾਓਗੇ, ਇਸ ਗ੍ਰੰਥ ਨੂੰ ਪੜ੍ਹਿਆ ਜਾਂਦਾ, ਵਿਚਾਰਿਆ ਜਾਂਦਾ। ਮੈਂ ਆਪ ਜੀ ਨੂੰ ਕਹੂੰਗਾ, ਆਪ ਪੜ੍ਹੋ ਤੇ ਉਹਦੇ ਬਾਰੇ ਆਪ ਫੈਸਲਾ ਕਰੋ। ਆਪ ਆਪਣੀ ਬੁੱਧ ਹੈ ਜੇਤੀ, ਮਾਲਕ ਨੇ ਜਿੰਨੀ ਤੁਹਾਨੂੰ ਮੱਤ ਦਿੱਤੀ ਆ ਨਾ, ਬੁੱਧ ਦਿੱਤੀ ਆ, ਥੋੜ੍ਹਾ ਜਿਹਾ ਵਿਚਾਰੋ ਇਹਨਾਂ ਗੱਲਾਂ ਨੂੰ। ਤਾਂ ਇਹ ਅੱਜ ਅਸੀਂ 2 ਚਰਿੱਤਰ, ਪਹਿਲਾ ਤੇ ਦੂਜਾ, ਉਹਦੇ ਬਾਰੇ ਇਹ ਸਾਰੀ ਕਥਾ ਜਿਹੜੀ ਸਰਵਣ ਕੀਤੀ ਆ, ਕਿਵੇਂ ਔਰਤਾਂ ਆਪਦੇ ਜਾਲ ਵਿੱਚ ਫਸਾ ਕੇ ਭੋਲੇ ਭਾਲੇ ਰਾਜਕੁਮਾਰ ਨੂੰ ਖਰਾਬ ਕਰ ਸਕਦੀਆਂ ਉਹਦੀ ਜ਼ਿੰਦਗੀ। ਤਾਂ ਇਹਨਾਂ ਤੋਂ ਬਚ ਕੇ ਰਹੋ ਜਿੰਨਾ ਹੋ ਸਕਦਾ ਹੈ। ਮਹਾਰਾਜ ਜੀ ਕਿਰਪਾ ਕਰਨ। ਪਹਿਲੇ ਚਰਿੱਤਰ ਵਿੱਚ ਅਸੀਂ ਚੰਡੀ ਚਰਿੱਤਰ ਬਾਰੇ ਇਹ ਕੁਝ ਜਾਣਿਆ ਹੈ, ਵਿਚਾਰਾਂ। ਮਹਾਰਾਜ ਜੀ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਬਸੇ, ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।